ਬਾਨੀ ਸੁਪਰ ਸੀਡਰ ਪਾਕਿਸਤਾਨ ਦੇ ਵਿੱਚ ਸਭ ਤੋਂ ਪਹਿਲੇ ਆਰਕੇ ਨੇ ਮਸ਼ੀਨ ਮੁਤਾਰਫ ਕਰਾਈ ਜੀ ਔਰ ਸਭ ਤੋਂ ਜ਼ਿਆਦਾ ਸਬਸਿਡੀ ਦੇ ਵਿੱਚ ਆਰਕੇ ਨੇ ਸਰ 2025 ਮਾਡਲ ਦੇ ਵਿੱਚ ਅਲਹਮਦੁਲਿਲਾ ਕੋਈ ਕਲੇਮ ਨਹੀਂ ਆਇਆ। ਅਸੀਂ ਇਸ ਵਾਸਤੇ ਜਿਹੜਾ ਕਿ ਫਿਰ ਵੀ ਇਹਦੇ ਵਿੱਚ ਕੁਝ ਤਬਦੀਲੀਆਂ ਕੁਝ ਚੀਜ਼ਾਂ ਦੀਆਂ ਪਾਈਆਂ, ਜੈਸਾ ਕਿ ਗੇਅਰ ਦੇ ਅੰਦਰ ਤਬਦੀਲੀ ਪਾ ਦਿੱਤੀ, ਹੱਬਾਂ ਦੇ ਅੰਦਰ ਥੋੜੀ ਤਬਦੀਲੀ ਪਾਈ ਏ, ਲੇਕਿਨ ਸਟੈਂਡਰਡਾਈਜੇਸ਼ਨ ਦਾ ਵੀ ਖਿਆਲ ਰੱਖਿਆ ਕਿ ਸਾਡਾ ਉਹ ਪ੍ਰੋਪਰ ਹੀ ਰਹੇ। ਅਗਰ 1000 ਸੁਪਰ ਸੀਡਰ ਵੀ ਸਾਡਾ ਚਲਾ ਗਿਆ ਨਾ ਤੇ ਕਿਸੇ ਨੂੰ ਜ਼ਰੂਰਤ ਹੈ ਸਾਡਾ ਪਾਰਟਸ ਜਾ ਕੇ ਫਿੱਟ ਕਰੋ, ਟੱਚ ਫਿੱਟ ਆਏ। ਸਭ ਨੂੰ ਮੇਨ ਤੇ ਅਹਿਮ ਚੀਜ਼ ਹੈ ਅੱਛਾ ਜੀ ਇਹਦਾ ਕੈਲੀਬ੍ਰੇਸ਼ਨ ਸਿਸਟਮ। ਠੀਕ ਹੈ, ਇਹਦਾ ਚਾਰਟ ਹੈ ਬਿਲਕੁਲ, ਇਹਦੇ ਤੇ ਸਮਝਾ ਦਿੱਤਾ ਗਿਆ ਹੈ ਕਿ ਵੀ ਕਿੰਨੇ ਦੇ ਨੰਬਰ ਤੇ ਕਿੰਨੇ ਕਿਲੋ ਪਵੇਗਾ। ਮਿਸਾਲ ਦੇ ਤੌਰ ਤੇ ਇਸ ਟਾਈਮ ਖਲੋਤਾ ਹੈ ਇਹ 5 ਨੰਬਰ ਤੇ। ਮੇਰੇ ਖਿਆਲ ਦੇ ਮੁਤਾਬਕ ਸੇਲ ਕਰਨਾ ਬੇਵਕੂਫੀ ਹੈ, ਕਿਉਂਕਿ ਇਹ ਬਹੁਤ ਅੱਛਾ ਇਨਕਮ ਦਾ ਜ਼ਰੀਆ ਹੈ। ਜਿਹੜੇ ਬੰਦੇ ਨੇ ਏਕਲ ਜਾ ਕੇ ਚਲਾਇਆ ਨਾ ਜੀ, ਉਹਨੂੰ ਸੀਜ਼ਨ ਦੇ ਵਿੱਚ ਜ਼ਰੂਰਤ ਪਈ। ਇਸ ਵਾਰੀ ਸੀਜ਼ਨ ਦੇ ਵਿੱਚ ਲੋਕ ਮੇਰੇ ਕੋਲੋਂ ਮਤਲਬ ਹੈ ਕਿ ਵੀ ਪੇਂਟ ਹੋਣ ਤੋਂ ਬਗੈਰ ਚੁੱਕ ਲਗਾਏ ਨੇ, ਯਾਨੀ ਕਿ ਕੱਚੇ ਪੇਂਟ ਦੇ ਉੱਤੇ ਲਗਾਏ ਨੇ ਕਿ ਯਾਰ ਸਾਡਾ ਸੀਜ਼ਨ ਰੁਕਦਾ ਪਿਆ ਤਾਂ ਸਾਨੂੰ ਦੇ ਦਿਓ ਪੇਂਟ, ਬਾਕੀ ਵੀ ਫਾਈਨਲ ਪੇਂਟ ਬਾਅਦ ਚ ਕਰਵਾ ਲਾਂਗੇ, ਜਿਹੜੇ ਪ੍ਰਾਈਵੇਟ ਸੇਲ ਕੀਤੇ ਨੇ। अस्सलाम वालेकुम दोस्तों, अपना चैनल पीके यूट्यूब चैनल जी खुश आमदीद दोस्तों। अज असीं मौजूद हाँ जी आरके इंजीनियरिंग कसूर दे विच जी। साडे नाल जी फर्म के ओनर साडे नाल मौजूद ने, इन्हां नाल गलबात करते हैं जी। अस्सलाम वालेकुम जी। वालेकुम अस्सलाम मोहम्मद अली साहब, की हाल चाल है? वेलकम टू आरके। बाकी जी सब तो पहला असीं गल करनी है बानी, मैं तुहाडा लिखिया आया है, तुसीं लिखिया जी बानी सुपर सीडर, ਇਹਦੇ ਬਾਰੇ ਸਾਨੂੰ ਦੱਸੋ ਜੀ। ਸਰ ਬਾਨੀ ਸੁਪਰ ਸੀਡਰ ਪਾਕਿਸਤਾਨ ਦੇ ਵਿੱਚ ਸਭ ਤੋਂ ਪਹਿਲੇ ਆਰਕੇ ਨੇ ਮਸ਼ੀਨ ਮੁਤਾਰਫ ਕਰਾਈ ਜੀ, ਔਰ ਸਭ ਤੋਂ ਜ਼ਿਆਦਾ ਸਬਸਿਡੀ ਦੇ ਵਿੱਚ ਆਰਕੇ ਨੇ ਕੰਮ ਕੀਤਾ ਹੈ। ਵੈਰੀ ਗੁੱਡ। ਸਭ ਤੋਂ ਜ਼ਿਆਦਾ ਬੁਕਿੰਗ ਆਰਕੇ ਕੋਲ ਰਹੀ ਹੈ। ਅੱਛਾ ਹਾਂਜੀ, ਹੁਣ ਵੀ ਜਿਹੜਾ ਕਿ ਨਾ ਇਨਸ਼ਾਅੱਲਾ ਤਾਲਾ ਪਿੱਛੇ ਸਭ ਤੋਂ ਪਹਿਲੇ। ਔਰ ਦੂਸਰੀ ਇਹ ਗੱਲ ਹੈ ਸਭ ਤੋਂ ਵੱਡੀ ਕਿ ਜਿੰਨੀ ਵੀ ਬੁਕਿੰਗ ਹੋਈ ਨਹੀਂ ਅਸੀਂ ਟਾਈਮ ਤੋਂ ਪਹਿਲੇ ਜ਼ਿਮੀਦਾਰ ਨੂੰ ਪ੍ਰੋਵਾਈਡ ਕੀਤੀ, ਕਿਸੇ ਜ਼ਿਮੀਦਾਰ ਨੂੰ ਲੇਟ ਨਹੀਂ ਕੀਤਾ। ਅੱਛਾ ਜੀ ਰਹੀਲ ਸਾਹਿਬ, ਇਹ ਮਜ਼ੀਦ ਜਿਹੜੀ ਹੈ ਹੁਣ ਸਕੀਮ ਦੁਬਾਰਾ ਆ ਗਈ ਹੈ ਸੁਪਰ ਸੀਡਰ ਦੀ, 5000 ਸੁਪਰ ਸੀਡਰ ਮਜ਼ੀਦ ਜ਼ਿਮੀਦਾਰਾਂ ਨੂੰ ਦਿੱਤੇ ਜਾ ਰਹੇ ਨੇ, ਤੇ ਉਹਦੇ ਵਾਸਤੇ ਤੁਸੀਂ ਮਜ਼ੀਦ ਜਿਹੜਾ ਆਪਣਾ ਸਟਾਕ ਤਿਆਰ ਕਰਤਾ ਹਰ ਕਲਰ ਦੇ ਵਿੱਚ, ਤੇ ਮਾਸ਼ਾਅੱਲਾ ਬਹੁਤ ਅਟਰੈਕਟਿਵ ਕਲਰ ਨੇ, ਇੱਕ ਤੋਂ ਇੱਕ ਵੱਧ ਕਲਰ ਤੁਸੀਂ ਤਿਆਰ ਕੀਤਾ ਮਾਸ਼ਾਅੱਲਾ। ਦੇਖਿਆ ਤੁਸੀਂ ਕਲਰ ਵੀ ਤੁਹਾਡੀ ਆਪਣੀ ਭੱਠੀ ਦਾ ਤੁਸੀਂ ਤਿਆਰ ਕਰਦੇ ਹੋ, ਕਲਰ ਦੇਖ ਕੇ ਦਿਲ ਖੁਸ਼ ਹੋਇਆ, ਹਰ ਚੀਜ਼ ਦੇਖ ਕੇ ਦਿਲ ਖੁਸ਼ ਹੋਇਆ। ਬਾਕੀ ਡਿਟੇਲ ਤੁਸੀਂ ਦੇਣੀ ਸਾਨੂੰ। ਇਸ ਤੋਂ ਪਹਿਲਾਂ ਮਜ਼ੀਦ ਦੱਸੋ ਜੀ, ਸੁਣਨ 'ਚ ਆ ਰਿਹਾ ਜੀ ਹਕੂਮਤ ਪੰਜਾਬ ਜਿਹੜੀ ਹੈ ਮਜ਼ੀਦ ਜਿਹੜਾ ਟਰੈਕਰ ਲਗਾ ਕੇ ਦੇ ਰਹੀ ਹੈ ਸੁਪਰ ਸੀਡਰਾਂ ਦੇ ਨਾਲ। ਜੀ ਸਾਡੇ ਸੁਣਨ ਦੇ ਵਿੱਚ ਇਹ ਆਈ ਹੈ ਕਿ ਜ਼ਿਮੀਦਾਰ ਨੂੰ ਜਿਹੜਾ ਕਿ ਮਸ਼ੀਨ ਨੂੰ ਟਰੈਕਰ ਲਾ ਦਿੱਤਾ ਜਾਏਗਾ, ਔਰ ਜ਼ਿਮੀਦਾਰ ਜਦੋਂ ਚਲਾਏਗਾ ਉਹਨੂੰ ਜਿਹੜਾ ਕਿ ਮਹਿਕਮਾ ਇਹ ਡਿਸਾਈਡ ਕਰਦਾ ਪਿਆ ਕਿ ਵੀ ਉਹਨੂੰ 5000 ਰੁਪਇਆ ਫੀ ਏਕੜ ਦੀ ਸਬਸਿਡੀ ਦਿੱਤੀ ਜਾਏਗੀ। ਅੱਛਾ ਤਾਂ ਕਿ ਜਿਹੜਾ ਕਿ ਨਾ ਲੋਕ ਜ਼ਿਆਦਾ ਤੋਂ ਜ਼ਿਆਦਾ ਕਾਸ਼ਤ ਕਰਵਾਉਣ ਔਰ ਸੁਪਰ ਸੀਡਰ ਵਾਲੀ ਸਾਈਡ ਤੇ। ਕਈ ਜ਼ਿਮੀਦਾਰ ਸੇਲ ਕਰ ਦਿੰਦੇ ਸੀ, ਉਹਦੇ ਤੋਂ ਵੀ ਬੱਚਤ ਹੋ ਜਾਏਗੀ। ਬਿਲਕੁਲ ਹਰ ਚੀਜ਼ ਤੋਂ ਬੱਚਤ, ਬਲਕਿ ਜ਼ਿਮੀਦਾਰ ਸੇਵ ਕਰਨ ਦੇ ਮੇਰੇ ਖਿਆਲ ਦੇ ਮੁਤਾਬਕ ਸੇਲ ਕਰਨਾ ਬੇਵਕੂਫੀ ਹੈ, ਕਿਉਂਕਿ ਇਹ ਬਹੁਤ ਅੱਛਾ ਇਨਕਮ ਦਾ ਜ਼ਰੀਆ ਹੈ। ਜਿਹੜੇ ਬੰਦੇ ਨੇ ਏਕਲ ਜਾ ਕੇ ਚਲਾਇਆ ਨਾ ਜੀ, ਉਹਨੂੰ ਸੀਜ਼ਨ ਦੇ ਵਿੱਚ ਜ਼ਰੂਰਤ ਪਈ। ਇਸ ਵਾਰੀ ਸੀਜ਼ਨ ਦੇ ਵਿੱਚ ਲੋਕ ਮੇਰੇ ਕੋਲੋਂ ਮਤਲਬ ਹੈ ਕਿ ਵੀ ਪੇਂਟ ਹੋਣ ਤੋਂ ਬਗੈਰ ਚੁੱਕ ਲਗਾਏ ਨੇ, ਯਾਨੀ ਕਿ ਕੱਚੇ ਪੇਂਟ ਦੇ ਉੱਤੇ ਲਗਾਏ ਨੇ ਕਿ ਯਾਰ ਸਾਡਾ ਸੀਜ਼ਨ ਰੁਕਦਾ ਪਿਆ ਤਾਂ ਸਾਨੂੰ ਦੇ ਦਿਓ ਪੇਂਟ, ਬਾਕੀ ਵੀ ਫਾਈਨਲ ਪੇਂਟ ਬਾਅਦ ਚ ਕਰਵਾ ਲਾਂਗੇ, ਜਿਹੜੇ ਪ੍ਰਾਈਵੇਟ ਸੇਲ ਕੀਤੇ ਨੇ। ਜੀ ਫੀ ਏਕੜ ਦੇ ਹਿਸਾਬ ਨਾਲ 10-10000 ਰੁਪਇਆ ਇਹਦਾ ਖਰਚਾ ਚੱਲ ਰਿਹਾ, 10-12 ਵੀ ਕਈ ਜ਼ਿਮੀਂਦਾਰ ਲੈ ਰਹੇ ਨੇ। 50 ਫੀ ਏਕੜ 50 ਮਨ ਜਿਹੜਾ ਕਿ ਐਵਰੇਜ ਆ ਰਹੀ ਸੀ, ਉਹ 60 ਮਨ 65 ਮਨ, ਠੀਕ ਹੈ ਨਾ ਜੀ, ਇਸ ਤਰ੍ਹਾਂ ਆ ਰਹੀ ਹੈ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਮਜ਼ੀਦ ਹੈ ਹੁਣ ਸੀਜ਼ਨ ਆਏਗਾ ਤਾਂ ਪਤਾ ਚੱਲੇਗਾ ਵੀ ਇਹਦਾ ਰਿਜ਼ਲਟ ਮਜ਼ੀਦ ਕਿੰਨਾ ਬਿਹਤਰ ਹੈ, ਕਿਉਂਕਿ ਇਹਦਾ ਸੁਪਰ ਸੀਡਰ ਦੀ ਕਾਸਟ ਜਿਹੜੀ ਹੈ ਨਾ ਜੀ, ਇਹ ਸਮਝ ਲਓ ਕਿ ਹਾਈਬ੍ਰਿਡ ਤਰ੍ਹਾਂ ਬੀਜ ਦੀ ਹੁੰਦੀ ਹੈ ਕਿ ਨਾਲ ਫਰਟੀਲਾਈਜ਼ਰ ਵੀ ਇੱਕੋ ਜਗ੍ਹਾ ਤੇ ਜਿੱਥੇ ਉਹਨੂੰ ਜ਼ਰੂਰਤ ਉੱਥੇ ਹੀ ਸੀਡ, ਉੱਥੇ ਹੀ ਫਰਟੀਲਾਈਜ਼ਰ ਹੋ ਜਾਂਦੀ ਹੈ। ਬਾਕੀ ਰਹੀਲ ਸਾਹਿਬ ਤੁਸੀਂ ਆਪਣਾ ਦੱਸਣਾ, ਸੁਪਰ ਸੀਡਰ ਤੇ ਕਾਫੀ ਹੁਣ ਫਰਮਾਂ ਤਿਆਰ ਕਰ ਰਹੀਆਂ ਨੇ, ਤੁਹਾਡਾ ਇਹ ਕਹਿਣਾ ਕਿ ਅਸੀਂ ਸਭ ਤੋਂ ਪਹਿਲਾਂ ਤਿਆਰ ਕੀਤੀ ਹੈ, 2018 'ਚ ਤੁਸੀਂ ਲੱਗੇ ਹੋ, ਹੁਣ ਤਾਂ ਅੱਲਾ ਖਿਆਲ ਕਰੇ ਤੁਸੀਂ ਵੱਧ ਤੋਂ ਵੱਧ ਆਪਣਾ ਡਿਜ਼ਾਈਨ ਨੇ ਤਜਰਬੇ ਕਰਕੇ ਹੁਣ ਜਿਹੜਾ ਨਵਾਂ ਮਾਡਲ ਤਿਆਰ ਕੀਤਾ ਇਹਦੇ ਵਿੱਚ ਤੁਸੀਂ ਕੀ ਬਿਹਤਰੀ ਕੀਤੀ ਹੈ, ਇਹ ਸਾਡੇ ਨਾਲ ਸ਼ੇਅਰ ਕਰੋ ਜੀ। ਜਿਹੜਾ 26 ਮਾਡਲ ਤਿਆਰ ਕੀਤਾ ਸਰ 2025 ਮਾਡਲ ਦੇ ਵਿੱਚ ਅਲਹਮਦੁਲਿਲਾ ਕੋਈ ਕਲੇਮ ਨਹੀਂ ਆਇਆ। ਅਸੀਂ ਇਸ ਵਾਸਤੇ ਜਿਹੜਾ ਕਿ ਫਿਰ ਵੀ ਇਹਦੇ ਵਿੱਚ ਕੁਝ ਤਬਦੀਲੀਆਂ ਕੁਝ ਚੀਜ਼ਾਂ ਦੀਆਂ ਪਾਈਆਂ, ਜੈਸਾ ਕਿ ਗੇਅਰ ਦੇ ਅੰਦਰ ਤਬਦੀਲੀ ਪਾ ਦਿੱਤੀ, ਹੱਬਾਂ ਦੇ ਅੰਦਰ ਥੋੜੀ ਤਬਦੀਲੀ ਪਾਈ ਏ, ਲੇਕਿਨ ਸਟੈਂਡਰਡਾਈਜੇਸ਼ਨ ਦਾ ਵੀ ਖਿਆਲ ਰੱਖਿਆ ਕਿ ਸਾਡਾ ਉਹ ਪ੍ਰੋਪਰ ਹੀ ਰਹੇ। ਅਗਰ 1000 ਸੁਪਰ ਸੀਡਰ ਵੀ ਸਾਡਾ ਚਲਾ ਗਿਆ ਨਾ ਤੇ ਕਿਸੇ ਨੂੰ ਜ਼ਰੂਰਤ ਹੈ ਸਾਡਾ ਪਾਰਟਸ ਜਾ ਕੇ ਫਿੱਟ ਕਰੋ, ਟੱਚ ਫਿੱਟ ਆਏ। ਇਸੇ ਤਰ੍ਹਾਂ ਜਿਹੜਾ ਕਿ ਅਸੀਂ ਇਹ ਚੀਜ਼ ਨੂੰ ਤਬਦੀਲ ਕਰ ਦਿੱਤਾ ਹੈ। ਫਿਰ ਇਸ ਜਗ੍ਹਾ ਦੇ ਉੱਤੇ ਅਸੀਂ ਇਹ ਕਲਚ ਲਾ ਦਿੱਤਾ ਹੈ। ਇਸੇ ਤਰ੍ਹਾਂ ਹੀ ਹੈ ਜਿਹੜਾ ਕਿ ਪਿਛਲੀ ਸਾਈਡ ਤੇ ਇਹ ਪੂਰਾ ਹੈਂਡਲ ਲਾ ਦਿੱਤਾ ਹੈ, ਜਿਹਦੇ ਉੱਤੇ ਆਰਾਮ ਨਾਲ ਜਿਹੜਾ ਕਿ ਨਹੀਂ ਜੀ ਇਹ ਵੇਖੋ ਬਿਲਕੁਲ ਆਰਾਮ ਨਾਲ ਵਜ਼ਨ ਚੁੱਕਿਆ ਹੁੰਦਾ ਜ਼ਿਮੀਦਾਰ ਨੇ, ਬੋਰੀ ਚੁੱਕੀ ਹੁੰਦੀ ਬਿਲਕੁਲ ਆਰਾਮ ਨਾਲ, ਇਹ ਵੇਖੋ। ਠੀਕ ਹੈ, ਇਹਨੂੰ ਸ਼ਾਖ ਰਾੜ ਲੱਗੇ ਨੇ ਸਾਈਡ ਤੇ, ਦੋਨਾਂ ਸਾਈਡਾਂ ਤੇ,
ਆਰਾਮ ਨਾਲ ਦਰਵਾਜ਼ਾ ਬੰਦ ਹੋ ਜਾਂਦਾ ਆਰਾਮ ਨਾਲ ਖੁੱਲ ਗਿਆ ਠੱਕ ਠੱਕ ਨਹੀਂ ਵੱਜਦਾ ਸਕੂਨ ਨਾਲ ਨਾ ਸ਼ਾਖ ਲੱਗੇ ਬਿਲਕੁਲ ਸੌਫਟ ਦੋਵਾਂ ਸਾੜਾਂ ਦੇ ਸ਼ਾਖ ਲੱਗੇ ਨੇ ਜੀ ਦੋਨੋਂ ਸਾਈਡਾਂ ਤੇ ਕਮਾਲ ਇਹ ਕਲੱਚ ਦਾ ਜਿਹੜਾ ਕੰਮ ਹੈ ਬਿਲਕੁਲ ਇਸ ਨਾਲ ਲਿਆਓ ਆ ਬੰਦ ਹੋ ਗਈ ਠੀਕ ਹੈ ਆਸਤਾ ਆਸਤਾ ਜੀ ਜਿੱਦਤ ਆ ਰਹੀ ਹੈ ਸਾਡੇ ਪਾਕਿਸਤਾਨ ਦੇ ਵਿੱਚ ਵੀ ਪਹਿਲਾਂ ਰਹੀਲ ਸਾਹਿਬ ਪਹਿਲਾਂ ਆਪਣਾ ਐਡਾ ਰੁਝਾਨ ਨਹੀਂ ਹੈ ਜ਼ਿਮੀਂਦਾਰ ਡਰਦਾ ਸੁਪਰ ਸੀਡਰ ਕਰਾਉਂਦਾ ਨਹੀਂ ਤੇ ਹੁਣ ਵਾੜੀ ਨਹੀਂ ਆਉਂਦੀ ਸਰ ਬਿਲਕੁਲ ਜਦੋਂ ਸੀਜ਼ਨ ਚੱਲਦਾ ਪਿਆ ਹੁੰਦਾ ਜ਼ਿਮੀਂਦਾਰ ਦਾ ਅੱਛਾ ਖਾਸਾ ਇਨਕਮ ਦਾ ਜ਼ਰੀਆ ਬਣ ਜਾਂਦਾ ਹੈ ਮੇਰੇ ਖਿਆਲ ਮੁਤਾਬਕ ਇਸ ਵਾਰੀ ਜਿਹੜਾ ਕਿ ਸੀਜ਼ਨ ਦੇ ਵਿੱਚ ਲੋਕਾਂ ਨੇ 500 ਏਕੜ ਜਿਹੜੇ ਕਾਸ਼ ਕੀਤੀ ਹੈ ਹੁਣ ਤੱਕ 400 450 500 ਏਕੜ ਵਾਲੇ ਜਿਹੜੇ ਕਿ ਮੇਰੇ ਕਸਟਮਰ ਆਏ ਨੇ ਇੱਕ ਮਸ਼ੀਨ ਨਾਲ ਤੇ 8 ਤੋਂ 10000 ਰੁਪਏ ਉਹ ਰੈਂਟ ਲੈ ਰਹੇ ਆ ਤੇ ਮੈਂ ਨਹੀਂ ਜਾਣਦਾ ਕਿ 5000 ਰੁਪਏ ਉਹਨੂੰ ਫੀ ਏਕੜ ਦੀ ਪ੍ਰੋਫਿਟ ਆ ਰਹੀ ਬਿਲਕੁਲ ਐਵੇਂ ਗੱਲ ਠੀਕ ਹੈ ਪਰ ਡੇ ਦਾ ਜਿਹੜਾ ਕਹਿੰਦਾ ਜੀ 24 ਏਕੜ 25 ਏਕੜ ਜਿਹੜਾ ਕਹਿੰਦੇ 24 ਘੰਟੇ ਉਹਨੇ ਚਲਾਇਆ ਡਰਾਈਵਰ ਚੇਂਜ ਕਰ ਲੈਂਦਾ 24 ਘੰਟੇ ਚਲਾ ਕੇ ਘੰਟੇ ਦਾ ਏਕੜ ਹੋ ਜਾਂਦਾ ਫਿਰ ਅਸੀਂ ਇਹ ਚੀਜ਼ ਤਬਦੀਲ ਕੀਤੀ ਹੈ ਸਭ ਨੂੰ ਮੇਨ ਤੇ ਅਹਿਮ ਚੀਜ਼ ਹੈ ਅੱਛਾ ਜੀ ਇਹਦਾ ਕੈਲੀਬ੍ਰੇਸ਼ਨ ਸਿਸਟਮ ਹਾਂ ਠੀਕ ਹੈ ਇਹਦਾ ਚਾਰਟ ਹੈ ਬਿਲਕੁਲ ਇਹਦੇ ਤੇ ਸਮਝਾ ਦਿੱਤਾ ਗਿਆ ਹੈ ਕਿ ਵੀ ਕਿੰਨੇ ਦੇ ਨੰਬਰ ਤੇ ਕਿੰਨੇ ਕਿਲੋ ਪਵੇਗਾ ਮਿਸਾਲ ਦੇ ਤੌਰ ਤੇ ਇਸ ਟਾਈਮ ਖਲੋਤਾ ਹੈ ਇਹ 5 ਨੰਬਰ ਤੇ ਜੀ ਠੀਕ ਹੈ ਨਾ ਇਹ 5 ਨੰਬਰ ਤੇ ਆ ਗਿਆ 5 ਨੰਬਰ ਤੇ 50 ਤੋਂ ਲੈ ਕੇ 54 ਕਿਲੋ ਵਜ਼ਨ ਜਿਹੜਾ ਕਿ ਵੀ 4 ਕਿਲੋ ਦੀ ਫਰਕ ਹੈ ਤੇ ਇਹ ਜਿਹੜਾ ਕਿ ਵੀ ਸੀਡ ਕੇਅਰ ਲੈਗਾ ਗੁੱਡ ਹੋ ਗਿਆ ਅੱਛਾ ਜੀ ਰਹੀਲ ਸਾਹਿਬ ਮੈਂ ਨਾ ਕਾਫੀ ਫਰਮਾਂ ਚੈੱਕ ਕੀਤੀਆਂ ਨੇ ਜੀ ਉਹਨਾਂ ਦੇ ਨਾ ਇਹ ਪੂਰਾ ਨਹੀਂ ਉਤਰਦਾ ਜ਼ਿਮੀਂਦਾਰ ਦਾ ਇਹ ਕਹਿਣਾ ਹੁੰਦਾ ਜਿਹੜਾ ਚਲਾ ਰਿਹਾ ਹੁੰਦਾ ਫੀਡਬੈਕ ਕਾਫੀ ਮੈਂ ਲਏ ਨੇ ਕਿ ਜੋ ਉਹਨਾਂ ਦਿੱਤੀ ਹੈ ਉਹਦੇ ਤੇ ਪੂਰਾ ਨਹੀਂ ਉਤਰਦਾ ਸਰ 4 ਕਿਲੋ ਦੀ ਹੈਗੀ ਹੈ ਫਰਕ ਜੀ ਜੀ ਲੇਕਿਨ ਇਸ ਤੋਂ ਜ਼ਿਆਦਾ ਜਿਹੜਾ ਕਿ ਨਹੀਂ ਫਰਕ ਉਹ ਤਾਂ ਬਿਲਕੁਲ ਹੀ ਬੇਤੁਕਾ ਹੈ ਅੱਛਾ ਠੀਕ ਹੈ ਨਾ ਇਹਦੇ ਨਾਲ ਇਨਸ਼ਾਅੱਲਾ ਤਾਲਾ ਜਿਹੜਾ ਕਿ ਫਰਕ ਨਹੀਂ ਆਏਗਾ ਐਸੇ ਵਾਸਤੇ ਅਸੀਂ ਤਬਦੀਲ ਕੀਤਾ ਇਸ ਤੋਂ ਪਹਿਲੇ ਜਿਹੜਾ ਅਸੀਂ ਲਾਣਾ ਸੀ ਉਹ ਇੱਕ ਮਸ਼ੀਨ ਨੂੰ ਲੱਗਾ ਪਿਆ ਉਹ ਤੁਹਾਨੂੰ ਵੀ ਵਿਜ਼ਿਟ ਕਰਾ ਦਿੰਦੇ ਆ ਅੱਛਾ ਔਰ ਸਭ ਤੋਂ ਸਾਡੀ ਮੁxtਲਫ ਮਸ਼ੀਨ ਕਰਦੀ ਏ ਸਾਈਡ ਦਾ ਗੇਅਰ ਹਾਂ ਸਾਈਡ ਗੇਅਰ ਜਿਹੜੇ ਕਿ ਨੇ ਜੀ ਇਹ ਬਣਾਣੇ ਅਸੀਂ ਉਹ ਇਹ ਪਿਆ ਜੀ ਖੁੱਲਾ ਪਿਆ ਜੀ ਅੱਛਾ ਜੀ ਵੈਰੀ ਗੁੱਡ ਠੀਕ ਹੋ ਗਿਆ ਨੇ ਜੀ ਅੰਦਰ ਇਹ ਸਿਸਟਮ ਹੁੰਦਾ ਹੈ ਇਹ ਆਮ ਫਰਮਾਂ ਦੇ ਕੋਲੋਂ ਬੰਦਾ ਨਹੀਂ ਉਹ ਫਿਰ ਪਤਾ ਕੀ ਕਹਿੰਦੇ ਨੇ ਜ਼ਿਮੀਦਾਰ ਨੂੰ ਉਹ ਰੂਲਾ ਨਹੀਂ ਖੁੱਲਦਾ ਜੀ ਇਸ ਵਾਸਤੇ ਮਸ਼ੀਨ ਨਹੀਂ ਠੀਕ ਹਾਂ ਬਾਕੀ ਚੈਨਾ ਚੂਨਾ ਵੀ ਲੱਗਦੇ ਅਸੀਂ ਦੇਖੀਆਂ ਨੇ ਕਈਆਂ ਦੇ ਹਾਂਜੀ ਹਾਫ ਚੇਨ ਤੇ ਹਾਫ ਚੇਨ ਤੇ ਹਾਫ ਗੇਅਰ ਜਿਹੜਾ ਲੱਗਦਾ ਨਾ ਉਹਦੇ ਤੇ ਲੋਡ ਵੀ ਜ਼ਿਆਦਾ ਆਉਂਦਾ ਤੇ ਨਾਲ ਜਿਹੜਾ ਕਿ ਉਹ ਚੇਨ ਟੁੱਟਦਾ ਅੱਛਾ ਆ ਗਰਾੜੀਆਂ ਆਪਾਂ ਕਿਹੜੀ ਇਸਤੇਮਾਲ ਕਰਦੇ ਇਹ ਸਰ ਇੰਪੋਰਟਡ ਨੇ ਯੂਰਪੀਅਨ ਸਟੈਂਡਰਡ ਕਮਾਲ ਹੋ ਗਿਆ ਲਓ ਜੀ ਇਹ ਡਿਸਕ ਵੀ ਚੈੱਕ ਕਰ ਲਓ ਸਟੀਲ ਹੈ ਜੀ ਬਿਲਕੁਲ ਸਟੇਨਲੈਸ ਸਟੀਲ ਆ ਨਾਲ ਲਾਏ ਦੀ ਲੱਗ ਜਾਂਦੀ ਹੈ ਸਾਡਾ ਇੱਕ ਹੋਲਡਰ ਵੀ ਜਿਹੜਾ ਕਿ ਇਹਨਾਂ ਦੇ ਫਰਮਾਂ ਤੋਂ ਸਭ ਤੋਂ ਜਿਹੜਾ ਕਿ ਅਲੱਗ ਹੈ ਪਾਕਿਸਤਾਨ ਦੇ ਵਿੱਚ ਸਾਡਾ ਡਿਜ਼ਾਈਨ ਹਰ ਸਾਈਜ਼ ਹਰ ਚੀਜ਼ ਨੂੰ ਦੇਖੋਗੇ ਨਾ ਜੀ ਹਰ ਤੁਸੀਂ ਕਾਫੀ ਫਰਮਾਂ ਦਾ ਵਿਜ਼ਿਟ ਕੀਤਾ ਹੋਏਗਾ ਲੇਕਿਨ ਹਰ ਚੀਜ਼ ਦੇ ਉੱਤੇ ਸਾਡਾ ਡਿਜ਼ਾਈਨ ਅਲੱਗ ਹੈ ਵੈਰੀ ਗੁੱਡ ਲਓ ਜੀ ਬਾਕੀ ਇਹ ਨਾਲ ਚੈੱਕ ਕਰ ਲਓ ਜੀ ਇਹ ਗਰਾੜੀਆਂ ਚੈੱਕ ਕਰੋ ਇੰਪੋਰਟੈਂਟ ਹੈ VIP ਕੰਮ ਹੈ ਅੱਛਾ ਤੇ ਭਾਈਜਾਨ ਇਹ ਜਿਹੜਾ ਆਪਣਾ ਰੂਟਾਵੇਟਰ ਹੈ ਜੀ ਬਿਲਕੁਲ ਸਾਰਿਆਂ ਥੱਲੇ ਇਹ ਰੂਟਾਵੇਟਰ ਲੱਗਾ ਹੈ ਨਹੀਂ ਇਹ ਹੋਰ ਚੀਜ਼ ਹੈ ਉਹ ਹੋਰ ਚੀਜ਼ ਹੈ ਲੇਕਿਨ ਜਿਹੜਾ ਕਿ ਕੁਝ ਮਿਲਦਾ ਜੁਲਦਾ ਸਮਾਨ ਹੈ ਹਾਂ ਇਹ ਮਲਟੀ ਸਪੀਡ 'ਚ ਆ ਜਾਂਦਾ ਜੀ ਇਹ ਮਲਟੀ ਸਪੀਡ 'ਚ ਤੇ ਉਹ ਆਪਣੇ ਰੂਟਾਵੇਟਰ ਵੀ ਸੁਪਰ ਸੀਡਰ ਵੀ ਮਲਟੀ ਸਪੀਡ ਹੈ ਇਹ ਵੀ ਮਲਟੀ ਸਪੀਡ ਹੈ ਲੇਕਿਨ ਉਹ ਰੂਲੇ ਵਾਲਾ ਵੀ ਹੈ ਰੂਲੇ ਤੋਂ ਬਗੈਰ ਵੀ ਹੈ ਉਹਦਾ ਫੱਟਾ ਵੀ ਲੱਗ ਜਾਂਦਾ ਹੈ ਅੱਛਾ ਇਹਦੇ ਨਾਲ ਜਿਹੜਾ ਕਿ ਫੱਟਾ ਫੁੱਟੇ ਦੀ ਕੋਈ ਜ਼ਰੂਰਤ ਨਹੀਂ ਦੀ ਇਹਦਾ ਤਾਂ ਆਪਣਾ ਹੀ ਹੁੰਦਾ ਨਹੀਂ ਰੂਟਾਵੇਟਰ ਜੋ ਹੈ ਭਾਈ ਸਾਨੂੰ ਦੱਸੋ ਜੀ ਇਹਦੇ ਨਾਲ ਇਹ ਕੀ ਫਰਕ ਹੈ ਮਲਟੀ ਸਪੀਡ ਦੇ ਵਿੱਚ ਸੁਪਰ ਸੀਡਰ ਦੇ ਵਿੱਚ ਕੀ ਫਾਇਦਾ ਦਿੰਦਾ ਜ਼ਿਮੀਂਦਾਰ ਨੂੰ ਲੋਡਿੰਗ ਦੇ ਵਿੱਚ ਜੀ ਲੋਡ ਕੁਝ ਟਰੈਕਟਰ ਨੇ ਜੀ ਉਹਨਾਂ ਦੇ ਆਰਪੀਐਮ ਘੱਟ ਨੇ ਕੁਝ ਟਰੈਕਟਰ ਨੇ ਉਹਨਾਂ ਦੇ ਆਰਪੀਐਮ ਜ਼ਿਆਦਾ ਨੇ ਜਿਨ੍ਹਾਂ ਟਰੈਕਟਰਾਂ ਦੇ ਆਰਪੀਐਮ ਤਾਂ ਮਤਲਬ ਜੈਸਾ ਕਿ ਐਮਐਸਸੀ ਟਰੈਕਟਰ ਹੈ ਇਹਨਾਂ ਦਾ ਸੇਮ ਹੀ 540 ਆਰਪੀਐਮ ਆਉਂਦਾ ਜੀ ਉਹਦੇ ਤੇ ਅਸੀਂ ਇਹਨੂੰ ਸੈੱਟ ਕਰ ਦਿੱਤਾ 220-25 ਚੱਕਰ ਦੇ ਦਿੱਤੇ ਨੇ ਉਹਦੇ ਨਾਲ ਬਿਹਤਰੀਨ ਰਿਜ਼ਲਟ ਆਉਂਦਾ ਹੈ ਜੇ ਹੁਣ ਜਿਹੜੇ ਕੋਈ ਆਈਐਮਟੀ ਜਾਂ ਇਸੇ ਤਰ੍ਹਾਂ ਹੀ ਕੋਈ ਹੋਰ ਟਰੈਕਟਰ ਮਾਰਕੀਟ 'ਚ ਆਏ ਨੇ ਉਹਨਾਂ ਦੇ ਆਰਪੀਐਮ ਘੱਟ ਹੁੰਦੇ ਨੇ ਅੱਛਾ ਆਰਪੀਐਮ ਘੱਟ ਹੁੰਦੇ ਨੇ ਪਾਵਰ ਜ਼ਿਆਦਾ ਹੁੰਦੀ ਹੈ ਉਸ ਵਾਸਤੇ ਫਿਰ ਜਿਹੜੇ ਕਿ ਪਿੱਛੋਂ ਮਲਟੀ ਸਪੀਡ ਤੋਂ ਚੇਂਜ ਕਰ ਲਓ ਤੇ ਕਰ ਲਓ ਦੂਸਰਾ ਜ਼ਿਮੀਦਾਰ ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਦੱਸ ਰਿਹਾ ਵੀ 24 ਏਕੜ ਰੋਜ਼ ਦੇ ਕਰਦੇ ਨੇ ਪਰ ਉਹਨਾਂ ਨੇ ਸਪੀਡ ਤੋਂ ਤੇਜ਼ ਕੀਤੀ ਹੈ ਚੌਥੇ ਗੇਅਰ 'ਚ ਚਲਾਉਂਦੇ ਨੇ ਉਸ ਬਣੀ ਹੋਈ ਜ਼ਮੀਨ ਦੇ ਉੱਤੇ ਚਲਾਉਂਦੇ ਨੇ ਅੱਛਾ ਯਾਨੀ ਕਿ ਜਿੰਦੇ ਉੱਤੇ ਜਿਹੜੀ ਜ਼ਮੀਨ ਦੇ ਉੱਤੇ ਤਵੇ ਚੱਲ ਗਏ ਨੇ ਇੱਕ ਵਾਰੀ ਉਹਦੇ ਉੱਤੇ ਉਹ ਚਲਾਉਂਦੇ ਨੇ ਇਹਦੇ ਉੱਤੇ ਚਲਾਉਣਾ ਇਸ ਤਰ੍ਹਾਂ ਚਲਾਉਣਾ ਤੇ ਅੱਪੜ ਦੇ ਉੱਤੇ ਚਲਾਉਣਾ ਗੁੱਡ ਹੋ ਗਿਆ ਉਹ ਮਲਟੀ ਸਪੀਡ ਦਾ ਜੀ ਕਈ ਜਿਹੜੇ ਜ਼ਿਮੀਂਦਾਰ ਫਾਇਦਾ ਚੁੱਕਦੇ ਨੇ ਉਹਨੂੰ ਫਾਇਦਾ ਮਿਲਦਾ ਹੈ ਜੀ ਬਿਲਕੁਲ ਨਹੀਂ ਇਲਮ ਹੈ ਫਿਰ ਉਸ ਹਿਸਾਬ ਨਾਲ ਚਲਾਈ ਜਾਂਦੇ ਨੇ ਜੀ ਬਿਲਕੁਲ ਜੀ ਤੇ ਬਾਕੀ ਉਹ ਰੈਂਟ ਤੇ ਚਲਾਉਣ ਵਾਲੇ ਨੇ ਜੀ ਉਹ ਬਾਜ਼ਕਾਤ ਕਹਿ ਦਿੰਦੇ ਨੇ ਜ਼ਿਮੀਂਦਾਰ ਨੂੰ ਯਾਰ ਇਹਦੇ ਤੇ ਤਵਿਆਂ ਦੀ ਇੱਕ ਸੀਨ ਲਾ ਦਿਓ ਉਹ ਤਵਿਆਂ ਦੀ ਲੱਗਦੀ ਉਸ ਤੋਂ ਬਾਅਦ ਉਹਨਾਂ ਫਿਰ ਸਪੀਡ ਤੇਜ਼ ਕੀਤੀ ਹੁੰਦੀ ਉਹ ਜ਼ਮੀਨ ਜ਼ਿਆਦਾ ਬਰੀਕ ਹੋ ਜਾਂਦੀ ਹੈ ਨਾਲ ਤੇਲ ਦਾ ਖਰਚਾ ਵੀ ਘੱਟ ਨਾਲੇ ਘੰਟੇ ਦੇ ਪਹਿਲਾਂ ਜਿਹੜਾ ਕਿ ਏਕੜ ਬਣਾ ਕੇ ਪਾਸੇ ਬਾਕੀ ਰੀਲ ਸਾਹਿਬ ਕਾਫੀ ਜ਼ਿਆਦਾ ਨਾ ਅਸੀਂ ਦੇਖਿਆ ਵਾ ਸੁਪਰ ਸੀਡਰ ਚਲਾਉਂਦੇ ਨੇ ਟਰੈਕਟਰ ਅੱਗੋਂ ਚੁੱਕਿਆ ਜਾਂਦਾ ਅੱਗੇ ਫਰੰਟ ਤੇ ਵੇਟ ਲਾਣੇ ਪੈਂਦੇ ਨੇ ਆਪਣਾ ਕੀ ਸੂਰਤ ਹਾਲ ਹੈ ਨਹੀਂ ਸਰ ਵਜ਼ਨ 'ਚ ਕੀ ਫਰਕ ਹੈ ਜਾਂ ਜ਼ਿਆਦਾ ਘੱਟ ਹੈ ਇਹਦੇ ਵਿੱਚ ਨਾ ਜੀ ਸਾਰਾ ਕਮਾਲ ਹੁੰਦਾ ਹੈ weight ਆਫ ਗ੍ਰੈਵਿਟੀ ਦਾ
ਜੀ ਜੀ ਇਹਦੀ weight of gravity ਕੰਟਰੋਲ ਕੀਤੀ ਹੈ। ਵੈਰੀ ਠੀਕ ਹੈ, ਜ਼ਿਆਦਾ ਤੋਂ ਜ਼ਿਆਦਾ ਵਜ਼ਨ ਇਹਨਾਂ ਜਿਹੜਾ ਅਸੀਂ ਟਰੈਕਟਰ ਦੇ ਕੋਈ ਨਜ਼ਦੀਕ ਲਿਆਂਦਾ ਹੈ ਤਾਂ ਕਿ ਜਿਹੜਾ ਕਿ ਨਾ ਮਸਲਾ ਨਾ ਆਏ, ਟਰੈਕਟਰ ਨਾ ਕੁਝ ਕੀਜੇ। ਆਪਣੇ ਸੁਪਰ ਵੈਸੇ ਵੀ ਹਾਲਾਂਕਿ ਸਾਡਾ ਇਹ ਜਿਹੜੀਆਂ ਪਲੇਟਾਂ ਨੇ ਨਾ ਜੀ ਅਸੀਂ ਲਾਈਆਂ ਨੇ 10 mm ਦੀਆਂ। ਠੀਕ ਹੈ, ਕਾਫੀ ਫਰਮਾਂ ਨੇ ਜਿਹੜੀਆਂ ਉਹ 8 mm ਦੀਆਂ ਲਾ ਰਹੀਆਂ ਨੇ ਐਸ ਦੀਆਂ। ਇਹ ਜਿਹੜਾ ਐਸ ਨਾ ਐਸ ਦੀਆਂ ਲੱਗੀਆਂ ਨੇ ਸੇਮ ਪਲੇਟਾਂ। ਠੀਕ ਹੈ, ਲੇਕਿਨ ਅਸੀਂ ਇਹ ਫਿਰ ਵੀ ਭਾਰੀਆਂ ਲਾਣੇ ਆ। ਇਹ ਭਾਰੀਆਂ ਲਾਉਣ ਦੇ ਬਾਵਜੂਦ ਵੀ ਸਾਡਾ ਮਸ਼ੀਨ ਦਾ ਵਜ਼ਨ ਜਿਹੜਾ ਕਿ ਨਹੀਂ 900 ਕਿਲੋ ਜਿਹੜਾ ਕਿ ਆਉਂਦਾ ਹੈ। ਵੈਰੀ ਗੁੱਡ, ਯਾਨੀ ਕਿ ਟਰੈਕਟਰ ਫਿਰ ਵੀ ਅੱਗੋਂ ਬਗੈਰ ਵੇਟਾਂ ਤੋਂ ਵੀ ਨਹੀਂ ਚੁੱਕਿਆ ਜਾਏਗਾ। ਨਹੀਂ ਚੁੱਕਿੰਦਾ ਜੀ। ਵੈਰੀ ਗੁੱਡ। ਔਰ ਮੈਂ ਤੁਹਾਨੂੰ 60 ਟਰੈਕਟਰ ਜਿਹੜੇ ਹੈਗੇ ਨੇ ਜੀ, ਮੈਂ 2-3 ਜਗ੍ਹਾ ਦੇ ਉੱਤੇ ਵੇਖਿਆ, ਮੈਂ ਉਹਨਾਂ ਦੀ ਵੀਡੀਓ ਤੁਹਾਨੂੰ ਦਿਆਂਗਾ, ਲਾਵਾਂਗੇ। 60 ਟਰੈਕਟਰ ਦੇ ਉੱਤੇ 54 ਫਾਲਾ ਜਿਹੜਾ ਕਿ ਉਹ ਬਿਹਤਰੀਨ ਚਲਾ ਰਿਹਾ, 200 ਏਕੜ 250 ਏਕੜ ਉਹਨਾਂ ਨੇ ਕਾਸ਼ ਕੀਤੀ ਹੈ। ਹਾਂ, ਬਾਕੀ ਜਿਹੜੇ ਹਿਲਸ ਤੁਹਾਡੀ ਮੈਂ ਵੀਡੀਓ ਦੇਖੀਆਂ ਆਰ ਕੇ ਜਿਹਨੇ ਚੱਲ ਰਿਹਾ ਫੀਲਡ ਦੇ ਵਿੱਚ, ਮਕਈ ਦੇ ਟਾਂਡੇ ਲੋਕੀ ਚਲਾਈ ਫਿਰਨ ਡੇ, ਮਤਲਬ ਕੀ ਸਿਸਟਮ ਲਾਇਆ ਕਿ ਮਕਈ ਦੇ ਟਾਂਡੇ ਬਿਲਕੁਲ ਮੁਲਾਇਮ ਕਰੀ ਜਾ ਰਹੇ ਆ? ਸਰ ਮੈਂ ਵੀਡੀਓ ਬਿਲਕੁਲ ਇਸ ਤਰ੍ਹਾਂ ਖਲੋਤੀ ਮਕਈ ਦੇ ਵਿੱਚ ਹੀ ਉਹਨਾਂ ਨੇ ਚਲਾ ਦਿੱਤਾ, ਕ੍ਰੈਸ਼ ਕਰ ਦਿੱਤਾ। ਇਹ ਆਰਕੇ ਦਾ ਕਮਾਲ ਹੈ। ਵਾਹ ਜੀ, ਇਹ ਆਰਕੇ ਦਾ ਕਮਾਲ ਹੈ ਕਿ ਵੀ ਆਰਕੇ ਮਸ਼ੀਨ ਜਿਹੜੀ ਤਿਆਰ ਹੁੰਦੀ ਹੈ ਉਹ ਇਸ ਕਦਰ ਇਸ ਕੁਆਲਿਟੀ ਨਾਲ ਤਿਆਰ ਕੀਤੀ ਜਾਂਦੀ ਹੈ ਕਿ ਵੀ ਤੁਸੀਂ ਇਹਦੇ ਨਾਲ ਜਿੰਨੀ ਵੀ ਜ਼ਿਆਦਤੀ ਕਰੋ ਬਰਦਾਸ਼ਤ ਕਰਦੀ ਹੈ। ਵੈਰੀ ਗੁੱਡ। ਬਾਕੀ ਜੀ ਮਜ਼ੀਦ ਅਸੀਂ ਸੁਣਿਆ ਵੀ ਸੀ ਕਿ ਜਿਹੜੀ ਸਕੀਮ ਦੇ ਵਿੱਚ ਜਿਹੜਾ ਨਾ ਆਰਕੇ ਨੰਬਰ 1 ਤੇ ਚੱਲ ਰਹੀ ਹੈ, ਤੇ ਆਣ ਕੇ ਅਸੀਂ ਖੁਦ ਦੇਖਿਆ ਨਾ ਇੰਡਸਟਰੀ ਦੇ ਵਿੱਚ ਆਣ ਕੇ ਯਕੀਨ ਹੋ ਗਿਆ ਵਾਕਈ ਜੀ ਇੱਥੇ ਮੁਨਫਰਿਦ ਕੰਮ ਹੋ ਰਿਹਾ ਤੇ ਬਿਲਕੁਲ ਬਹੁਤ ਪੁਰਾਣਾ ਕੰਮ ਹੋ ਰਿਹਾ 2018 ਤੋਂ, ਜਿਵੇਂ ਕਿ ਦੱਸਿਆ ਕਿ ਇਹ ਬਾਨੀ ਨੇ ਤੇ ਵਾਕਈ ਭਾਈਆਂ ਨੇ ਇਹ ਬਾਨੀ ਨੇ। ਬਾਕੀ ਜੀ ਰਹੀਲ ਸਾਹਿਬ ਮਜ਼ੀਦ ਆਪਣਾ ਐਡਰੈਸ ਰਾਬਤਾ ਨੰਬਰ ਸ਼ੇਅਰ ਕਰੋ, ਕਿੱਥੇ ਆਪਣਾ? ਸਰ ਇਹ ਨੰਬਰ ਹੈ ਜੀ 0309 7580,000 0300 ਪੂਰਾ 4890 ਐਡਰੈਸ ਹੈ 2 ਕਿਲੋਮੀਟਰ ਦੀਪਾਲਪੁਰ ਰੋਡ, ਪੁਲ ਦੋਲੇ ਵਾਲਾ, ਕਸੂਰ। ਬਾਕੀ ਜੀ ਇਹ ਮੈਪ ਦੇ ਉੱਤੇ ਵੀ ਇਹਨਾਂ ਦੀ ਲੋਕੇਸ਼ਨ ਹੈ ਵਾ, ਲੋਕੇਸ਼ਨ ਲਗਾ ਕੇ ਵੀ ਤੁਸੀਂ ਇਹਨਾਂ ਦੀ ਫਰਮ ਤੱਕ ਪਹੁੰਚ ਸਕਦੇ ਹੋ। ਵੀਡੀਓ ਦੋਸਤੋ ਅੱਜ ਦੀ ਅੱਛੀ ਲੱਗੀ, ਲਾਈਕ ਸ਼ੇਅਰ ਕਰ ਦੇਣੀ ਜੀ। ਇਨਸ਼ਾਅੱਲਾ ਮਿਲਾਂਗੇ ਜੀ ਨੈਕਸਟ ਵੀਡੀਓ 'ਚ। ਓਕੇ ਜੀ, ਅੱਲਾ ਹਾਫਿਜ਼।